हाँ जी प्यारे प्यारे बच्चों, मेरा नाम है सुखविंदर कौर। चलो फिर अज आप एक बहुत ही प्यारा प्यारा पाठ पढ़ते हैं। थोड़ी 8वीं जमात की पाठ पुस्तक दे विच पाठ नंबर 2 है, जो कि प्रिंसीपल संत सिंह सेखों जी द्वारा लिखिया होया है। पाठ का नाम है पेमी दे न्याणे। चलो फिर पढ़ना शुरू करिए। 20 कुछ साल पहलां दी गल है। मैं 7 कुछ वरे दा सां ते मेरी वड्डी भैन 11 वरे दी। साडा खेत घरों मील कुछ विखदे सी। अध विचकारों एक जरनैली सड़क लंघदी सी, जिस विचों जंगलियां, पठाणां, राशियां ते होर परदेसियां दा काफ़ी लांघा सी। असीं सब अनजाणे, जिन्हां नूं राशियां तो घर बैठियां भी डर आउंदा सी, इस सड़क विचों किसी सियाणे दे साथ तो बगैर लंघण तो बहुत भै खांदे सां। पर टंटा ਇਹ भी सी कि एक वेले बापू ਅਤੇ कामे ਦੀ रोटी फड़ाउण ਜ਼ਰੂਰ जाना पैंदा सी ते साडी अवस्था हर रोज़ एक मुश्किल घाटी लंघण वाली हुंदी सी। असीं आम तौर ते घरों हौसला करके इकल्ले तुर पैंदे, पर जद सड़क 3 ਕੁ ਘੁਮਾਉਣ ਦੀ ਵਿੱਥ ਤੇ ਰਹਿ ਜਾਂਦੀ ਤਾਂ ਨਹਿਰ ਦਾ ਸੂਆ ਟੱਪਣ ਲੱਗੇ ਪਠੋਰਿਆਂ ਵਾਂਗੂ ਖਲੋ ਕੇ ਆਸੇ-ਪਾਸੇ ਤੱਕਣ ਲੱਗ ਜਾਂਦੇ, ਤਾਂ ਜੋ ਕਿਸੇ ਪਿੰਡੋਂ ਆਉਂਦੇ ਜਾਂਦੇ ਸਿਆਣੇ ਦੀ ਸ਼ਰਨ ਲੈ ਕੇ ਭੈ ਸਾਗਰ ਨੂੰ ਤਰਨ ਜੋਗੇ ਹੋ ਜਾਈਏ। ਸਾਨੂੰ ਧਾਰਮਿਕ ਸਿੱਖਿਆ ਵੀ ਕੁਝ ਇਸ ਕਿਸਮ ਦੀ ਮਿਲ ਰਹੀ ਸੀ ਕਿ ਸਾਡੇ ਡਰ ਸਾਡੇ ਸੁਭਾਵਾਂ ਦਾ ਹਿੱਸਾ ਬਣ ਗਏ ਸਨ। ਹਰ ਰੋਜ਼ ਸ਼ਾਮ ਨੂੰ ਘਰ ਸਿਆਣਿਆਂ ਕੋਲੋਂ ਨਰਕ ਸੁਰਗ ਦੀਆਂ ਕਹਾਣੀਆਂ ਸੁਣਦੇ। ਸੁਰਗ ਤਾਂ ਸਾਨੂੰ ਖੇਡ ਤੋਂ ਬਾਹਰ ਘੱਟ ਹੀ ਪ੍ਰਾਪਤ ਹੁੰਦਾ, ਪਰ ਨਰਕ ਦੇ ਹਰ ਥਾਂ ਖੁੱਲ੍ਹੇ ਗੱਫੇ ਮਿਲਦੇ। ਸਭ ਤੋਂ ਵੱਡਾ ਨਰਕ ਮਦਰਸਾ ਸੀ, ਤੇ ਜੇ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਰੋਟੀ ਦੇਣ ਜਾਣ ਦਾ ਨਰਕ ਪੇਸ਼ ਆ ਜਾਂਦਾ। ਗੱਲ ਕੀ, ਸਾਡੇ ਅਣਜਾਣੇ ਰਾਹ ਦੇ ਹਰ ਇੱਕ ਮੋੜ ਤੇ ਨਰਕ ਜਾਣੂ ਕਾਤਲਾਂ ਹੀ ਖਲੋਤਾ ਹੁੰਦਾ। ਖਬਰੇ ਇਸ ਸੜਕ ਦਾ ਭੈ ਸਾਗਰ ਲੰਘਣ ਕਰਕੇ ਸਾਨੂੰ ਖੇਤ ਜਾਣ ਦਾ ਨਰਕ ਲੱਗਦਾ ਸੀ, ਜਾਂ ਖੇਤ ਰੋਟੀ ਲੈ ਕੇ ਜਾਣ ਲੱਗੇ ਇਸ ਸੜਕ ਨੂੰ ਲੰਘਣਾ ਪੈਣ ਕਰਕੇ ਇਹ ਸਾਨੂੰ ਭੈ ਸਾਗਰ ਦਿਖਾਈ ਦਿੰਦਾ ਸੀ। ਮੈਂ ਇਸ ਬਾਬਤ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ। ਇਹ ਮੈਨੂੰ ਪਤਾ ਹੈ ਕਿ ਖੇਤ ਸੁਰਗ ਸੀ ਤੇ ਰੋਟੀ ਲੈ ਕੇ ਜਾਣ ਦੀ ਖੇਚਲ ਨਰਕ, ਅਤੇ ਉਹ ਜਰਨੈਲੀ ਸੜਕ ਵਿਚਕਾਰਲਾ ਭੈ ਸਾਗਰ। ਸਿਆਲ ਦੇ ਦਿਨ ਸਨ। ਅਸੀਂ ਦੋਵੇਂ ਭੈਣ ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ। ਨਿੱਕੀ ਨਿੱਕੀ ਧੁੱਪ ਪੈ ਰਹੀ ਸੀ ਤੇ ਅਸੀਂ ਟੁਰੇ ਜਾਂਦੇ ਵੀ ਜਾਣੋ ਸਿਆਲ ਦੀ ਧੁੱਪ ਵਿੱਚ ਨੀਤ ਦੀ ਨਿੱਘ ਲੈ ਰਹੇ ਸਾਂ, ਪਰ ਦਿਲ ਵਿੱਚ ਸੜਕ ਲੰਘਣ ਦਾ ਡਰ ਚੂਹੇ ਵਾਂਗ ਕੁਤਰ ਰਿਹਾ ਸੀ। ਅਸੀਂ ਡਰ ਨੂੰ ਦਬਾਉਣ ਦਾ ਇੱਕ ਆਮ ਤਰੀਕਾ ਵਰਤਣਾ ਚਾਹਿਆ। ਭੈਣ ਮੈਨੂੰ ਇੱਕ ਕਹਾਣੀ ਸੁਣਾਉਣ ਲੱਗ ਪਈ। ਇੱਕ ਰਾਜਾ ਸੀ, ਉਹਦੀ ਰਾਣੀ ਮਰ ਗਈ। ਮਰਨ ਲੱਗੀ ਰਾਣੀ ਨੇ ਰਾਜੇ ਨੂੰ ਕਿਹਾ, ਤੂੰ ਮੈਨੂੰ ਇੱਕ ਕਰਾਰ ਦੇ। ਰਾਜੇ ਨੇ ਪੁੱਛਿਆ, ਕੀ? ਮੈਂ ਕਹਾਣੀ ਵੱਲੋਂ ਧਿਆਨ ਮੋੜ ਕੇ ਪਿਛਾਂ ਪਿੰਡ ਵੱਲ ਨੂੰ ਦੇਖਿਆ ਕਿ ਕਿਤੇ ਕੋਈ ਆਦਮੀ ਸਾਡੇ ਰਾਹ ਜਾਣ ਵਾਲਾ ਆ ਰਿਹਾ ਹੋਵੇ। ਤੂੰ ਸੁਣਦਾ ਨਹੀਂ ਵੀਰ? ਭੈਣ ਨੇ ਮੇਰੇ ਮੋਢੇ ਹਿਲਾਉਣ ਕੇ ਆਖਿਆ। ਨਹੀਂ, ਮੈਂ ਸੁਣਦਾ, ਮੈਂ ਭਰਾਵਾਂ ਵਾਲੀ ਗੁਸਤਾਖੀ ਨਾਲ ਜਵਾਬ ਦਿੱਤਾ। ਅੱਛਾ, ਜਦੋਂ ਰਾਣੀ ਮਰਨ ਲੱਗੀ ਤਾਂ ਉਸਨੇ ਰਾਜੇ ਨੂੰ ਸੱਦ ਕੇ ਕਿਹਾ, ਤੂੰ ਮੇਰੇ ਨਾਲ ਕਰਾਰ ਕਰ। ਰਾਜੇ ਨੇ ਪੁੱਛਿਆ, ਕੀ? ਰਾਣੀ ਨੇ ਕਿਹਾ, ਤੂੰ ਹੋਰ ਵਿਆਹ ਨਾ ਕਰਾਈ। ਸੱਚ, ਮੈਂ ਦੱਸਣਾ ਭੁੱਲ ਗਈ, ਰਾਣੀ ਦੇ 2 ਪੁੱਤ ਤੇ ਇੱਕ ਧੀ ਵੀ ਸੀਗੇ। ਸਾਨੂੰ ਰਾਜਾ ਤੇ ਰਾਣੀ ਆਪਣੇ ਮਾਂ-ਪਿਓ ਵਰਗੇ ਭਾਸਦੇ ਸਨ। ਜੇ ਸਾਡੀ ਮਾਂ ਮਰਨ ਲੱਗੇ ਤਾਂ ਸਾਡੇ ਪਿਓ ਨੂੰ ਵੀ ਇਹ ਵਚਨ ਦੇਣ ਲਈ ਆਖੇ। ਇਹ ਖਿਆਲ ਸਾਡੇ ਅਚੇਤ ਮਨ ਵਿੱਚ ਹੀ ਕੰਮ ਕਰ ਰਿਹਾ ਹੋਵੇਗਾ। ਮੈਨੂੰ ਉਹ ਧੀ ਆਪਣੀ ਭੈਣ ਲੱਗੀ ਤੇ ਉਹਦਾ ਪੁੱਤ ਆਪਣਾ ਆਪ। ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ। ਸੁਣਾ ਗਾ, ਮੈਂ ਉਸਨੂੰ ਪਹਿਲੀ ਤਰ੍ਹਾਂ ਹੀ ਖਰਵੇਂ ਬੋਲ ਨਾਲ ਆਖਿਆ। ਰਾਣੀ ਨੇ ਕਿਹਾ, ਬਈ ਮੇਰੇ ਪੁੱਤ ਤੇ ਧੀ ਨੂੰ ਮਤਰੇਈ ਦੁੱਖ ਦੇਊਗੀ। ਭੈਣ ਨੇ ਹੋਰ ਵੀ ਮਿੱਠੀ ਤੇ ਹੋਰ ਵੀ ਤ੍ਰੀਮਤ ਬਣ ਕੇ ਦੱਸਿਆ। ਇਸ ਲਈ ਉਸਨੇ ਰਾਜੇ ਤੋਂ ਇਹ ਕਰਾਰ ਮੰਗਿਆ। ਰਾਜੇ ਨੇ ਕਿਹਾ, ਚੰਗਾ, ਮੈਂ ਕਰਾਰ ਦਿੰਨਾ। ਜਿਵੇਂ ਕਿਤੇ ਜੇ ਰਾਜਾ
ਇਹ ਇਕਰਾਰ ਨਾ ਦਿੰਦਾ ਤਾਂ ਰਾਣੀ ਮਰਨ ਤੋਂ ਨਾ ਕਰ ਦਿੰਦੀ। ਭਾਵੇਂ ਅਸੀਂ ਦੋਹਾਂ ਨੇ ਸੁਣਿਆ ਸੀ ਕਿ ਦਿਨੇ ਕਹਾਣੀਆਂ ਪਾਉਣ ਨਾਲ ਰਾਹੀ ਰਾਹ ਭੁੱਲ ਜਾਂਦੇ ਹਨ, ਅਸੀਂ ਇੱਕ ਦੂਜੇ ਨੂੰ ਇਹ ਚੇਤਾਵਨੀ ਨਾ ਕਰਵਾਈ ਤੇ ਇਸ ਸੂਝ ਨੂੰ ਆਪਣੇ ਦਿਲਾਂ ਤੇ ਵਿਚਾਰਾਂ ਤੇ ਅਸਰ ਨਾ ਕਰਨ ਦਿੱਤਾ। ਪਰ ਰਾਜੇ ਨੇ ਝੱਟ ਹੀ ਦੂਜਾ ਵਿਆਹ ਕਰਾ ਲਿਆ। ਪਿਛਲੇ ਮੋੜ ਤੇ ਸਾਨੂੰ ਇੱਕ ਆਦਮੀ ਆਉਂਦਾ ਦਿਸਿਆ। ਅਸਾਂ ਸੁੱਖ ਦਾ ਸਾਹ ਭਰਿਆ ਤੇ ਉਸ ਨੂੰ ਨਾਲ ਰਲਾਉਣ ਲਈ ਖਲੋ ਗਏ। ਸਾਡੀ ਬਾਤ ਵੀ ਖਲੋ ਗਈ, ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਸੀ ਤੇ ਸਾਡੇ ਵੱਲ ਨਾ ਮੁੜਿਆ। ਜਿਸ ਮੰਤਵ ਨੂੰ ਪੂਰਾ ਕਰਨ ਲਈ ਇਹ ਬਾਤ ਦਾ ਪਖੰਡ ਰਚਿਆ ਸੀ, ਉਹ ਪੂਰਾ ਨਾ ਹੋ ਸਕਿਆ। ਸਾਡਾ ਖਿਆਲ ਸੀ ਕਿ ਇਹ ਬਾਤ ਦੇ ਰੁਝੇਵੇਂ ਵਿੱਚ ਅਸੀਂ ਅਚੇਤ ਹੀ ਸੜਕ ਪਾਰ ਹੋ ਜਾਵਾਂਗੇ, ਪਰ ਹੁਣ ਜਦ ਸੜਕ ਘੁਮਾਉਣ ਕੁ ਦੂਰ ਤੇ ਰਹਿ ਗਈ ਤਾਂ ਸਾਡੀ ਕਹਾਣੀ ਵੀ ਠਠੰਬਰ ਕੇ ਖਲੋ ਗਈ। ਅਸੀਂ ਦੋਵੇਂ ਸਹਿਮ ਕੇ ਖਲੋ ਗਏ। 10-20 ਕੁ ਕਦਮ ਹੋਰ ਪੁੱਟੇ ਤਾਂ ਸਾਡਾ ਡਰ ਹੋਰ ਵੀ ਵੱਧ ਗਿਆ। ਸੜਕ ਵਿੱਚ ਇੱਕ ਪਾਸੇ ਇੱਕ ਕਾਲੀ ਸੂਫ ਦੀ ਵਾਸਕਟ ਤੇ ਪਠਾਣਾ ਵਰਗੀ ਖੁੱਲ੍ਹੀ ਸਲਵਾਰ ਵਾਲਾ ਆਦਮੀ ਲੰਮਾ ਪਿਆ ਸੀ। ਉਹ ਦੇਖ ਬੀਬੀ, ਰਾਸ਼ਾ ਪਿਆ। ਉਸ ਆਦਮੀ ਨੇ ਪਾਸਾ ਪਰਤਿਆ। ਇਹ ਤਾਂ ਹਿੱਲਦਾ ਹੈ, ਜਾਗਦਾ ਹੈ। ਮੇਰੀ ਭੈਣ ਨੇ ਸਹਿਮ ਕੇ ਆਖਿਆ, ਹੁਣ ਕੀ ਕਰੀਏ? ਇਹ ਆਪਾਂ ਨੂੰ ਫੜ ਲਓ। ਹੋਰ ਕੀ, ਉਸਨੇ ਜਵਾਬ ਦਿੱਤਾ। ਅਸੀਂ ਰਾਤ ਨੂੰ ਘਰੋਂ ਬਾਹਰ ਘੱਟ ਹੀ ਕਦੀ ਨਿਕਲੇ ਸਾਂ, ਪਰ ਇਹ ਸੁਣਿਆ ਹੋਇਆ ਸੀ ਕਿ ਜੇ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ, ਫਿਰ ਡਰ ਹਟ ਜਾਂਦਾ ਹੈ। ਆਪਾਂ ਵੀ ਵਾਹਿਗੁਰੂ ਵਾਹਿਗੁਰੂ ਕਰੀਏ। ਵਾਹਿਗੁਰੂ ਤੋਂ ਤਾਂ ਭੂਤ ਪ੍ਰੇਤ ਡਰਦੇ ਨੇ, ਆਦਮੀ ਨਹੀਂ, ਮੇਰੀ ਭੈਣ ਨੇ ਕਿਹਾ। ਮੈਂ ਮੰਨ ਗਿਆ। ਸੜਕ ਵਿੱਚ ਪਿਆ ਰਾਸ਼ਾ ਤਾਂ ਆਦਮੀ ਸੀ, ਉਹ ਰੱਬ ਤੋਂ ਕਦ ਡਰਨ ਲੱਗਾ ਸੀ। ਤਾਂ ਫਿਰ ਹੁਣ ਕੀ ਕਰੀਏ? ਅਸੀਂ 5-7 ਮਿੰਟ ਸਹਿਮ ਕੇ ਖਲੋਤੇ ਰਹੇ। ਹਾਲੇ ਵੀ ਸਾਡੇ ਦਿਲਾਂ ਵਿੱਚ ਇਹ ਆਸ ਸੀ ਕਿ ਕੋਈ ਆਦਮੀ ਇਸ ਰਾਸ਼ੀ ਨੂੰ ਡਰਾਉਣ ਵਾਲਾ ਸਾਡੇ ਨਾਲ ਆ ਮਿਲੇਗਾ, ਪਰ ਇਹ ਆਸ ਪੂਰੀ ਹੁੰਦੀ ਨਾ ਦੀ ਸੀ। ਅਸੀਂ ਇੱਕ ਦੂਸਰੇ ਦੇ ਮੂੰਹ ਵੱਲ ਤੱਕਦੇ ਰਹੇ, ਪਰ ਅਜਿਹੇ ਸਮੇਂ ਅਸੀਂ ਉਸ ਵੇਲੇ ਇੱਕ ਦੂਸਰੇ ਦੇ ਚਿਹਰਿਆਂ ਵਿੱਚ ਕੀ ਲੱਭ ਸਕਦੇ ਸਾਂ? ਸਾਡਾ ਭੁਲੱਪਣ, ਸਾਡੀ ਏਕਤਾ ਬੇਕਰਾਰ ਹੋਏ ਖਲੋਤੇ ਸਨ। ਕੁਝ ਮਿੰਟਾਂ ਬਾਅਦ ਮੇਰਾ ਰੋਣ ਨਿਕਲ ਗਿਆ। ਮੇਰੀ ਭੈਣ ਨੇ ਪੱਲੇ ਨਾਲ ਮੇਰੇ ਅੱਥਰੂ ਪੂੰਝਦੇ ਆਖਿਆ, ਨਾ ਵੀਰ, ਰੋਣਾ ਕਿਉਂ ਹੈ? ਆਪਾਂ ਇੱਥੇ ਖੜੋਨੇ ਆ, ਹੁਣੇ ਪਿੰਡੋਂ ਕੋਈ ਆ ਜਾਊ। ਅਸਾਂ ਕੁਝ ਕੁ ਕਦਮ ਸੜਕ ਵੱਲ ਪੁੱਟੇ, ਫਿਰ ਖਲੋ ਗਏ ਤੇ ਫਿਰ ਉਹੀ 5 ਕਦਮ ਮੁੜ ਆਏ। ਅੰਤ ਮੇਰੀ ਭੈਣ ਨੇ ਕੁਝ ਵਿਚਾਰ ਬਾਅਦ ਆਖਿਆ, ਆਪਾਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਆ, ਸਾਨੂੰ ਨਾ ਫੜ। ਉਸ ਦੇ ਮੂੰਹੋਂ ਪੇਮੀ ਸ਼ਬਦ ਬੜਾ ਮਿੱਠਾ ਨਿਕਲਦਾ ਹੁੰਦਾ ਸੀ ਤੇ ਹੁਣ ਤਾਂ ਜਦੋਂ ਮੇਰੇ ਵੱਲ ਝੁਕ ਕੇ ਮੈਨੂੰ ਤੇ ਆਪਣੇ ਆਪ ਨੂੰ ਦਿਲਾਸਾ ਦੇ ਰਹੀ ਸੀ, ਉਹ ਖੁਦ ਪੇਮੀ ਬਣੀ ਹੋਈ ਸੀ। ਮੇਰੇ ਦਿਲ ਨੂੰ ਢਾਰਸ ਵੱਜ ਗਈ। ਰਾਸ਼ੀ ਨੂੰ ਜਦ ਪਤਾ ਲੱਗੇਗਾ ਕਿ ਅਸੀਂ ਪੇਮੀ ਦੇ ਨਿਆਣੇ ਆ ਤਾਂ ਉਹ ਸਾਨੂੰ ਕੁਝ ਨਹੀਂ ਆਖੇਗਾ, ਨਹੀਂ ਪਕੜੇਗਾ। ਜਿਵੇਂ ਕੰਬਦਾ ਹਿਰਦਾ ਤੇ ਥੜਕਦੇ ਪੈਰ ਵਾਹਿਗੁਰੂ ਵਾਹਿਗੁਰੂ ਕਹਿੰਦੇ ਸ਼ਮਸ਼ਾਨ ਭੂਮੀ ਵਿੱਚੋਂ ਗੁਜ਼ਰ ਜਾਂਦੇ ਹਨ, ਉਵੇਂ ਹੀ ਅਸੀਂ ਪੇਮੀ ਦਾ ਨਾਂ ਲੈ ਕੇ ਸੜਕ ਪਾਰ ਹੋ ਗਏ। ਰਾਸ਼ਾ ਉਸੇ ਤਰ੍ਹਾਂ ਉੱਥੇ ਪਿਆ ਰਿਹਾ। ਸੋ ਬੱਚਿਓ, ਬਹੁਤ ਸੁੰਦਰ ਪਾਠ। ਆਪਣੇ ਦਿਲ ਦੇ ਵਿੱਚ ਵੀ ਕੋਈ ਨਾ ਕੋਈ ਡਰ ਹੁੰਦੇ ਨੇ ਨਾ, ਤੇ ਉਹ ਡਰ ਕਿਵੇਂ ਦੂਰ ਹੁੰਦੇ ਨੇ? ਜਦੋਂ ਕੋਈ ਆਪਣਾ ਪਿਆਰਾ, ਜਿਸ ਦਾ ਆਪਾਂ ਜ਼ਿਕਰ ਕਰਦੇ ਹਾਂ, ਆਪਾਂ ਨੂੰ ਉਸ ਦਾ ਹੌਸਲਾ ਹੁੰਦਾ ਹੈ ਤਾਂ ਸਾਰੇ ਡਰ ਛੂ ਮੰਤਰ ਹੋ ਜਾਂਦੇ ਹਨ। ਇਸ ਤੋਂ ਸਾਨੂੰ ਇਹ ਸਬਕ ਮਿਲਦਾ ਹੈ ਕਿ ਡਰਾਂ ਨੂੰ ਬਾਹਰੋਂ ਨਹੀਂ ਕਿਸੇ ਨੇ ਹਰਾਉਣਾ ਹੁੰਦਾ। ਡਰ ਆਪਣੇ ਅੰਦਰ ਤਾਕਤ ਹੁੰਦੀ ਹੈ ਜਿਸ ਦੇ ਨਾਲ ਦੂਰ ਭੱਜ ਜਾਂਦੇ ਹਨ। ਸੋ ਆਪਾਂ ਅੱਗੇ ਤੋਂ ਕਦੇ ਵੀ ਕਿਸੇ ਡਰ ਤੋਂ ਨਹੀਂ ਡਰਾਂਗੇ, ਸਗੋਂ ਹਰ ਕਿਸੇ ਡਰ ਨੂੰ ਆਪਾਂ ਨੇ ਹਰਾਉਣਾ ਹੈ। ਸੋ ਬੱਚੇ, ਮੈਨੂੰ ਆਸ ਹੈ ਕਿ ਤੁਸੀਂ ਸਾਰੇ ਪ੍ਰਸ਼ਨਾਂ ਦੇ ਉੱਤਰ ਬੜੇ ਚੰਗੇ ਢੰਗ ਨਾਲ ਦਿਓਗੇ, ਕਿਉਂਕਿ ਤੁਸੀਂ ਸਾਰਾ ਪਾਠ ਬਹੁਤ ਸੁੰਦਰ ਢੰਗ ਨਾਲ ਸੁਣਿਆ ਹੈ। ਚਲੋ ਫਿਰ ਆਓ ਆਪਾਂ ਤੁਹਾਡੇ ਤੋਂ ਪਹਿਲਾ ਪ੍ਰਸ਼ਨ ਪੁੱਛਦੇ ਹਾਂ। ਲੇਖਕ ਅਤੇ ਉਸਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਅਤੇ ਕਿਉਂ? ਬੱਚੇ, ਲੇਖਕ ਕੌਣ ਨੇ ਇੱਥੇ? ਲੇਖਕ ਜਿਨ੍ਹਾਂ ਨੇ ਪੂਰੇ ਦਾ ਪੂਰਾ ਪਾਠ ਲਿਖਿਆ ਹੈ, ਪੂਰੀ ਦੀ ਪੂਰੀ ਕਹਾਣੀ ਨੂੰ ਬਿਆਨ ਕੀਤਾ ਹੈ। ਉਹ ਲੇਖਕ ਦਾ ਨਾਂ ਕੀ ਹੈ? ਉਹ ਲੇਖਕ ਦਾ ਨਾਂ ਹੈ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਜੀ।
ਸੋ ਬੱਚਿਓ, ਆਪਾਂ ਨੂੰ ਪਤਾ ਹੈ ਕਿ ਬਚਪਨ ਦੇ ਵਿੱਚ ਲੇਖਕ ਅਤੇ ਉਸਦੀ ਭੈਣ ਨੂੰ ਖੇਤ ਰੋਟੀ ਲੈ ਕੇ ਜਾਣ ਦਾ ਸਭ ਤੋਂ ਜ਼ਿਆਦਾ ਡਰ ਲੱਗਦਾ ਸੀ। ਖੇਤ ਕੌਣ ਕੌਣ ਹੁੰਦਾ ਸੀ ਬੱਚਿਓ? ਬਾਪੂ ਅਤੇ ਕਾਮਾ। ਉਹਨਾਂ ਦੀ ਰੋਟੀ ਲਿਜਾਣਾ ਉਹਨਾਂ ਨੂੰ ਬੜਾ ਔਖਾ ਲੱਗਦਾ ਸੀ, ਉਹਨਾਂ ਨੂੰ ਡਰ ਲੱਗਦਾ ਸੀ। ਬੱਚਿਆਂ ਨੂੰ ਕਿਹੜੀ ਗੱਲ ਭੈ ਸਾਗਰ ਲੱਗਦੀ ਸੀ ਅਤੇ ਕਿਉਂ? ਚਲੋ ਦੂਜਾ ਪ੍ਰਸ਼ਨ ਦੱਸੋ। ਹਾਂਜੀ, ਬੱਚਿਆਂ ਨੂੰ ਸੜਕ 'ਤੇ ਇਕੱਲੇ ਜਾਣਾ ਅਤੇ ਨਹਿਰ ਦਾ ਸੂਆ ਟੱਪਣਾ ਭੈ ਸਾਗਰ ਲੱਗਦਾ ਸੀ। ਉਹ ਇਕੱਲੇ ਨਹੀਂ ਸੀ ਟੱਪ ਸਕਦੇ, ਉਹਨਾਂ ਨੂੰ ਇਹ ਹੁੰਦਾ ਸੀ ਕੋਈ ਵੱਡਾ ਆ ਕੇ ਉਹਨਾਂ ਦੀ ਮਦਦ ਕਰੇ ਤਾਂ ਜੋ ਇਹ ਨਹਿਰ ਦਾ ਸੂਆ ਅਤੇ ਸੜਕ ਨੂੰ ਟੱਪ ਜਾਣ। ਹਾਂਜੀ ਬੱਚਿਓ, ਆਪਾਂ ਨੂੰ ਪਤਾ ਹੈ ਕਿ ਉਹਨਾਂ ਦੋਨਾਂ ਨੂੰ ਖੇਡਣਾ ਤਾਂ ਇੱਕ ਸੁਰਗ ਜਾਪਦਾ ਸੀ ਅਤੇ ਨਰਕ ਕੀ ਜਾਪਦਾ ਸੀ? ਸਭ ਤੋਂ ਵੱਡਾ ਨਰਕ ਉਹਨਾਂ ਨੂੰ ਮਦਰੱਸਾ ਜਾਪਦਾ ਸੀ। ਅਤੇ ਜੇ ਕਿਸੇ ਦਿਨ ਉਹ ਤੋਂ ਛੁੱਟ ਵੀ ਜਾਂਦੇ, ਨਾ ਵੀ ਜਾਂਦੇ, ਤਾਂ ਖੇਤ ਰੋਟੀ ਦੇਣ ਜਾਣ ਦਾ ਨਰਕ ਉਹਨਾਂ ਦੇ ਸਾਹਮਣੇ ਆ ਜਾਂਦਾ ਸੀ। ਸੋ ਆਪਾਂ ਦੇਖਿਆ ਕਿ ਉਹ ਵਾਰ-ਵਾਰ ਕਹਿ ਰਹੇ ਨੇ ਕਿ ਸੜਕ ਨੂੰ ਪਾਰ ਕਰਨਾ ਉਹਨਾਂ ਨੂੰ ਭੈ ਸਾਗਰ ਲੱਗਦਾ ਸੀ ਅਤੇ ਨਰਕ ਵੀ ਉਹੀ ਲੱਗਦਾ ਹੋਏਗਾ, ਕਿਉਂਕਿ ਉਹਨਾਂ ਨੂੰ ਡਰ ਬਹੁਤ ਲੱਗਦਾ ਸੀ। ਸੋ ਬੱਚਿਓ, ਬੜੇ ਸੁੰਦਰ ਤੁਸੀਂ ਜਵਾਬ ਦਿੱਤੇ। ਅਤੇ ਹੁਣ ਆਪਾਂ ਦੇਖਦੇ ਹਾਂ ਕਿ ਆਪਣਾ ਅਗਲਾ ਜੋ ਪ੍ਰਸ਼ਨ ਹੈ ਉਹ ਕਿਹੜਾ ਹੈ ਬੱਚਿਓ। ਆਪਣਾ ਅਗਲਾ ਪ੍ਰਸ਼ਨ ਹੈ ਬੱਚਿਓ ਕਿ ਲੇਖਕ ਅਤੇ ਉਸਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਸੋਚਿਆ? ਬੱਚਿਓ, ਆਪਾਂ ਦੇਖਦੇ ਕਿ ਸਭ ਤੋਂ ਪਹਿਲਾਂ ਤਾਂ ਉਸਦੀ ਭੈਣ ਨੇ ਸੋਚਿਆ ਸੀ ਕਿ ਉਹ ਆਪਣੇ ਭਰਾ ਨੂੰ ਕਹਾਣੀ ਸੁਣਾਏਗੀ, ਪਰ ਇਹ ਤਰੀਕਾ ਜ਼ਿਆਦਾ ਲੰਬਾ ਨਾ ਚੱਲਿਆ, ਹੈ ਨਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਆਪਾਂ ਵਾਹਿਗੁਰੂ ਵਾਹਿਗੁਰੂ ਕਰਾਂਗੇ ਅਤੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪਾਂ ਸੜਕ ਪਾਰ ਕਰ ਜਾਵਾਂਗੇ। ਆਪਾਂ ਦੇਖਦੇ ਹਾਂ ਵੀ ਇਹ ਤਰੀਕੇ ਸਫਲ ਹੋਇਆ ਕਿ ਨਹੀਂ। ਇਸ ਦਾ ਜਵਾਬ ਆਪਾਂ ਅਗਲੇ ਪ੍ਰਸ਼ਨ ਦੇ ਵਿੱਚੋਂ ਲੱਭਾਂਗੇ। ਅਗਲਾ ਪ੍ਰਸ਼ਨ ਕੀ ਹੈ? ਭੈਣ ਭਰਾ ਸੜਕ ਪਾਰ ਕਰਨ ਵਿੱਚ ਕਿਵੇਂ ਸਫਲ ਹੋਏ? ਤਾਂ ਬੱਚਿਓ, ਕਿਵੇਂ ਸਫਲ ਹੋਏ? ਉਹਨਾਂ ਨੇ ਇਹ ਸੋਚਿਆ ਕਿ ਜਦੋਂ ਕੋਈ ਸਾਨੂੰ ਰਾਸ਼ਾ ਮਿਲੇਗਾ ਅਸੀਂ ਡਰਾਂਗੇ ਤਾਂ ਅਸੀਂ ਕਹਾਂਗੇ ਅਸੀਂ ਪ੍ਰੇਮੀ ਦੇ ਨਿਆਣੇ ਹਾਂ। ਤਾਂ ਉਸਦੇ ਭਰਾ ਨੂੰ ਇਹ ਲੱਗ ਰਿਹਾ ਸੀ ਉਹ ਪ੍ਰੇਮੀ ਉਸਦੀ ਭੈਣ ਜਿਵੇਂ ਖੁਦ ਉਸਨੂੰ ਹੌਸਲਾ ਦੇ ਰਹੀ ਸੀ। ਤਾਂ ਉਹ ਜਿਵੇਂ ਉਹ ਕੰਬਦੇ ਸ਼ਮਸ਼ਾਨ ਘਾਟ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਪਾਰ ਹੋ ਜਾਂਦੀ ਹੈ, ਤਾਂ ਉਹੀ ਹੌਸਲੇ ਦੇ ਵਿੱਚ ਸੜਕ ਪਾਰ ਕਰ ਗਏ ਕਿ ਅਸੀਂ ਪ੍ਰੇਮੀ ਦੇ ਨਿਆਣੇ ਹਾਂ। ਸੋ ਇਸ ਕਰਕੇ ਬੱਚੋ ਇਹ ਸਫਲ ਹੋਏ। ਤਾਂ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਡਰ ਦੇ ਅੱਗੇ ਹੀ ਸਾਡੀ ਜਿਹੜੀ ਜਿੱਤ ਪੱਕੀ ਹੁੰਦੀ ਹੈ। ਚਲੋ, ਬਹੁਤ ਅੱਛੇ ਜਵਾਬ ਤੁਸੀਂ ਦਿੱਤੇ ਬੱਚਿਓ। ਕਹਾਣੀ ਪੜ੍ਹਨ ਵੇਲੇ ਆਪਾਂ ਦੇਖਿਆ ਕਿ ਕਾਫੀ ਸਾਰੇ ਸ਼ਬਦ ਇਹੋ ਜਿਹੇ ਆ ਗਏ ਸੀ ਜਿਹੜੇ ਕਿ ਆਪਾਂ ਨੂੰ ਸਮਝ ਨਹੀਂ ਆਏ। ਚਲੋ ਆਪਾਂ ਉਹਨਾਂ ਸ਼ਬਦਾਂ ਦੇ ਅਰਥ ਚੰਗੀ ਤਰ੍ਹਾਂ ਪੜ੍ਹਦੇ ਹਾਂ ਅਤੇ ਆਪਣੇ ਜਿਹੜੇ ਸ਼ਬਦ ਭੰਡਾਰ ਹੈ ਬੱਚਿਓ ਉਹ ਵੀ ਵਿਸ਼ਾਲ ਹੋਣਗੇ। ਚਲੋ ਫਿਰ ਪੜ੍ਹੀਏ ਆਪਾਂ ਸ਼ਬਦਾਂ ਦੇ ਅਰਥ। ਵੀਰ, ਵੀਰ ਭਰਾ। ਪਠੋਰੇ, ਮੇਮਣੇ, ਲੇਲੇ, ਛੇਲੇ। ਵਾਕੁਰ, ਵਾਂਗ। ਭੈ ਸਾਗਰ, ਭਵ ਸਾਗਰ, ਸੰਸਾਰ। ਮਦਰੱਸਾ, ਸਕੂਲ, ਪਾਠਸ਼ਾਲਾ। ਕਕਾਰ, ਇਕਰਾਰ, ਕੌਲ, ਪ੍ਰਣ, ਵਚਨ। ਠਠੰਬਰ ਕੇ, ਡੌਰ ਭੌਰ ਹੋ ਕੇ, ਡਰ ਕੇ। ਘਮਾਉਂ ਕੂ, ਘੁਮਾ ਕੂ, ਅੱਠ ਕਨਾਲ ਥਾਂ। ਦੇਖੋ ਬੱਚਿਓ, ਆਪਾਂ ਪੜ੍ਹ ਲਏ ਪ੍ਰਸ਼ਨ ਉੱਤਰ ਵੀ, ਔਖੇ ਸ਼ਬਦਾਂ ਦੇ ਅਰਥ ਵੀ, ਅਤੇ ਥੋੜ੍ਹੇ ਕੁ ਸ਼ਬਦ ਜਿਹੜੇ ਆਪਣੇ ਹੋਰ ਰਹਿ ਗਏ। ਚਲੋ ਦੇਖਦੇ ਹਾਂ। ਸੂਫ, ਕਾਲੇ ਰੰਗ ਦਾ ਕੱਪੜਾ। ਵਾਸਕਟ, ਫਤੂਹੀ, ਕੋਟੀ ਬਿਨਾਂ ਬਾਹਾਂ ਤੋਂ। ਭਲੱਪਣ, ਭਲਿਆਈ, ਭਲਮਾਨ ਸੀ। ਬੇਕਰਾਰ, ਬੇਚੈਨ, ਵਿਆਕਲ। ਢਾਰਸ, ਦਿਲਾਸਾ, ਧੀਰਜ, ਤਸੱਲੀ। ਸੋ ਬੱਚਿਓ, ਆਪਾਂ ਪ੍ਰਸ਼ਨਾਂ ਦੇ ਉੱਤਰ ਵੀ ਕਰ ਲਏ, ਔਖੇ ਸ਼ਬਦਾਂ ਦੇ ਅਰਥ ਵੀ ਕਰ ਲਏ, ਅਤੇ ਚਲੋ ਹੁਣ ਆਪਾਂ ਵਾਕਾਂ ਵਿੱਚ ਵਰਤੋਂ ਕਰਦੇ ਹਾਂ। ਬੱਚਿਓ, ਵਾਕਾਂ ਵਿੱਚ ਵਰਤੋਂ ਦੇ ਬਹੁਤ ਫਾਇਦੇ ਹੁੰਦੇ ਹਨ, ਕਿਉਂਕਿ ਇਸ ਨਾਲ ਸਾਨੂੰ ਸਾਡੀਆਂ ਭਾਵਨਾਵਾਂ ਨੇ ਜੋ ਉਹਨਾਂ ਦਾ ਬਿਆਨ ਕਰਨਾ ਆ ਜਾਂਦਾ। ਇੱਕ ਸ਼ਬਦ ਦਿੱਤਾ ਜਾਂਦਾ ਹੈ, ਆਪਾਂ ਉਸ ਅਨੁਸਾਰ ਆਪਣੀ ਭਾਵਨਾ ਨੂੰ ਵਿਅਕਤ ਕਰਦੇ ਹਾਂ ਵਾਕ ਦੇ ਵਿੱਚ। ਇਹ ਸਾਰੇ ਆਪਣੇ ਕਹਾਣੀ ਦੇ ਵਿੱਚੋਂ ਹੀ ਲਏ ਗਏ ਨੇ ਬੱਚਿਓ। ਜੋ ਮੈਂ ਦਿੱਤੇ ਨੇ ਉਸ ਤੋਂ ਇਲਾਵਾ ਤੁਸੀਂ ਆਪਣੇ ਅਨੁਸਾਰ ਵੀ ਲਿਖ ਸਕਦੇ ਹੋ, ਕੋਈ ਬੰਦੇਜ ਨਹੀਂ ਹੈ।
ठीक है ना। चलो फिर पहला जो वाक है वो की है, मुश्किल घाटी, जिसनों आपां वरतना है, लिखना है। लेखक ਅਤੇ ਉਸਦੀ ਭੈਣ ਨੂੰ खेत रोटी लैके जाना मुश्किल घाटी जापदी सी। शरण, डर कारण असीं किसी ना किसी दी शरण लेना चाहुंदे सां, या हाँ भी लिख सकते हैं। मंतव, कहानी सुनाउण नाल भी सड़क पार करन दा मंतव पूरा ना हो सकिया। रुझेवें, असीं किसी रुझेवें दे बहाने डर दूर करना चाहुंदे सां, जां हाँ भी लिख सकते हैं। गुस्ताखी, भरा ने भैण दी बात विच हंगूरा मिठी जी गुस्ताखी नाल भरिया। दिलासा, भैण ने भरा नूं वड्डियां वांग दिलासा दिता। ठठंबर के, असीं ठठंबर के डर के खलो गए। घात लाई खलोता, डर साडे वल घात लाई खड़ा सी या खलोता सी, पर असीं डरे नहीं। सो बच्चों, ये सी वाकां विच वरतो। मैनूं आस है कि तुसीं सारी दी सारी कहानी नूं बड़े चंगे ढंग नाल सुणिया होएगा ते तुहानूं वधिया लग्गिया होएगा। बच्चों, बोझ किसी गल दा नहीं लैना। अपनी पढ़ाई नूं आपां पूरे वधिया ढंग नाल, शांतमई ढंग नाल पढ़ना हुंदा है, तां जो हमेशा आपां नूं चीज़ याद रहे, ना कि अपने ते एक बोझ बनिया रहे। ठीक है बच्चों, मिलदे हां अगले पाठ नाल। धन्नवाद।